ਪਿਆਰੇ ਵਿਦਿਆਰਥੀਓ, ਅੰਮ੍ਰਿਤ ਸੀਨੀਅਰ ਸੈਕੰਡਰੀ ਸਕੂਲ ਦੇ YouTube ਚੈਨਲ 'ਤੇ ਪੰਜਾਬੀ ਦੀ ਜਮਾਤ ਵਿੱਚ ਤੁਹਾਡਾ ਸਵਾਗਤ ਹੈ। ਜਿਵੇਂ ਤੁਸੀਂ ਜਾਣਦੇ ਹੋ ਕਿ ਅਸੀਂ ਆਪਣੀ 10ਵੀਂ ਸ਼੍ਰੇਣੀ ਦੀ ਪਾਠ ਪੁਸਤਕ ਵੰਨਗੀ ਵਿੱਚੋਂ ਕਹਾਣੀ ਨੰਬਰ 3 ਅੰਗ ਸੰਗ ਪੜ੍ਹ ਰਹੇ ਸਾਂ, ਜੋ ਕਿ ਵਰਿਆਮ ਸਿੰਘ ਸੰਧੂ ਜੀ ਦੁਆਰਾ ਲਿਖੀ ਗਈ ਹੈ। ਹੁਣ ਤੱਕ ਅਸੀਂ ਕਹਾਣੀ ਵਿੱਚ ਪੜ੍ਹ ਚੁੱਕੇ ਹਾਂ ਕਿ ਕਰਤਾਰ ਸਿੰਘ ਨਸ਼ਿਆਂ ਦਾ ਆਦੀ ਸੀ, ਜਿਸ ਕਾਰਨ ਉਸ ਨੂੰ ਆਪਣੀ ਜ਼ਿੰਦਗੀ ਤੋਂ ਛੋਟੀ ਉਮਰੇ ਹੀ ਹੱਥ ਧੋਣੇ ਪਏ। ਉਸ ਦੀ ਮੌਤ ਤੋਂ ਬਾਅਦ ਉਸ ਦਾ ਪੁੱਤਰ ਅਮਰੀਕ ਸਿੰਘ, ਜੋ ਸਰਕਾਰੀ ਨੌਕਰੀ ਕਰਦਾ ਹੈ ਤੇ ਬਹੁਤਾ ਘਰੋਂ ਬਾਹਰ ਹੀ ਰਹਿੰਦਾ ਹੈ, ਦੇ ਸਿਰ 'ਤੇ ਘਰ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਅਤੇ ਮੁਸੀਬਤਾਂ ਦਾ ਪਹਾੜ ਟੁੱਟ ਪੈਂਦਾ ਹੈ। ਛੋਟੀ ਭੈਣ ਦੇ ਵਿਆਹ ਦੀ ਜ਼ਿੰਮੇਵਾਰੀ ਵੀ ਅਮਰੀਕ ਨੂੰ ਹੀ ਨਿਭਾਉਣੀ ਸੀ। ਪਿਤਾ ਦੀ ਮੌਤ ਤੋਂ ਬਾਅਦ ਉਹ ਆਪਣੇ ਆਪ ਨੂੰ ਵੀ ਕੋਸਦਾ ਹੈ ਕਿ ਜੇ ਉਹ ਪਿਤਾ ਦੇ ਜਿਉਂਦਿਆਂ ਉਸ ਵੱਲ ਧਿਆਨ ਦਿੰਦਾ ਤਾਂ ਸ਼ਾਇਦ ਉਸ ਨੂੰ ਅਤੇ ਉਸ ਦੇ ਪਰਿਵਾਰ ਨੂੰ ਇਹ ਦਿਨ ਦੇਖਣੇ ਨਾ ਪੈਂਦੇ। ਅੱਜ ਅਸੀਂ ਕਹਾਣੀ ਦਾ ਪੰਨਾ ਨੰਬਰ 27 ਤੇ 28 ਪੜ੍ਹਾਂਗੇ ਤੇ ਅੱਗੇ ਕਹਾਣੀ ਸ਼ੁਰੂ ਕਰਦੇ ਹਾਂ। ਅੱਛਾ ਪੁੱਤ, ਤੁਹਾਡੇ ਕਰਮ। ਤੇ ਫਿਰ ਉਸ ਦੇ ਚਿੱਠੀ ਦੇ ਹੇਠਾਂ ਵਿੱਚੋਂ ਇਹ ਗੱਲ ਜਿਵੇਂ ਬਾਹਰ ਆ ਹੀ ਗਈ। ਮੈਂ ਤਾਂ ਅਮਰੀਕ ਹਕੀਕੀ ਡੁੱਬ ਕੇ ਮਰ ਜਾਣਾ, ਜਦੋਂ ਲੱਭੀ ਨਾ ਤੂੰ ਦੱਸ ਦਈ। ਤੇ ਉਹ ਫਿਰ ਰੋਣ ਲੱਗ ਪਈ। ਬੀ ਅਮਰੀਕ ਦਾ ਵੀ ਰੋਣ ਨਿਕਲ ਗਿਆ। ਮਾਂ ਨੇ ਉਸ ਨੂੰ ਘੁੱਟ ਕੇ ਗਲ ਨਾਲ ਲਾ ਲਿਆ ਤੇ ਫਿਰ ਦੋਵੇਂ ਦੀਵਾ ਬੁਝਾ ਕੇ ਲੇਟ ਗਏ। ਦੋਹਾਂ ਨੂੰ ਨੀਂਦ ਨਹੀਂ ਸੀ ਪੈ ਰਹੀ। ਕਦੀ ਕਦੀ ਮਾਂ ਦੇ ਮੂੰਹੋਂ ਵਾਹਿਗੁਰੂ ਕਹਿੰਦਾ ਲੰਬਾ ਹੋਕਾ ਹਵਾ ਵਿੱਚ ਰਲ ਜਾਂਦਾ। ਅਮਰੀਕ ਦੇ ਮਨ ਵਿੱਚ ਵਾਰ-ਵਾਰ ਮਾਂ ਦੇ ਕਹੇ ਹੋਏ ਸ਼ਬਦ ਗੂੰਜ ਰਹੇ ਸਨ, ਮੈਂ ਤਾਂ ਅਮਰੀਕ ਹਕੀਕੀ ਡੁੱਬ ਕੇ ਮਰ ਜਾਣਾ। ਪਿਆਰੇ ਵਿਦਿਆਰਥੀਓ, ਕਿ ਕਿਸ ਤਰ੍ਹਾਂ ਜਦ ਅਮਰੀਕ ਆਪਣੀ ਮਾਂ ਬਾਰੇ ਸੋਚਦਾ, ਜਿਸ ਨੂੰ ਉਸ ਦਾ ਪਿਤਾ ਕਿਸੇ ਕਾਰਨ ਕਦੀ ਨਾ ਕਦੀ ਕੁੱਟ ਦਿੰਦਾ, ਤਾਂ ਉਹ ਆਪਣੀ ਮਾਂ ਦੇ ਉਹ ਗੱਲਾਂ ਸੋਚਦਾ ਜਦੋਂ ਉਹ ਰੋਣ ਲੱਗ ਪੈਂਦੀ ਤੇ ਇਹ ਕਹਿੰਦੀ ਕਿ ਉਸਨੇ ਹਰੀਕੇ ਦਰਿਆ ਵਿੱਚ ਡੁੱਬ ਕੇ ਮਰ ਜਾਣਾ ਹੈ। ਆਓ ਕਹਾਣੀ ਅੱਗੇ ਸ਼ੁਰੂ ਕਰਦੇ ਹਾਂ। ਉਸਨੇ ਹਰੀਕੇ ਦਰਿਆ ਵੇਖਿਆ ਹੋਇਆ ਨਹੀਂ ਸੀ, ਪਰ ਅੱਖਾਂ ਹੀ ਅੱਖਾਂ ਵਿੱਚ ਉਹ ਆਪਣੀ ਮਾਂ ਨੂੰ ਡੂੰਘੇ ਪਾਣੀ ਵਿੱਚ ਗੋਤੇ ਖਾਂਦੀ ਅਤੇ ਉਸਦੇ ਫੁੱਲੇ ਹੋਏ ਸਰੀਰ ਨੂੰ ਵੇਖ ਰਿਹਾ ਸੀ ਤੇ ਉਹਦੀਆਂ ਅੱਖਾਂ ਅੱਗੇ ਮਾਈ ਗਾਬੋ ਆ ਗਈ। ਤੇ ਹੁਣ ਉਸ ਨੂੰ ਰਹਿ ਰਹਿ ਕੇ ਇਹ ਖਿਆਲ ਆਉਂਦਾ ਸੀ ਕਿ ਇੰਨੀ ਦੂਰ ਹਰੀਕੇ ਹੀ ਕਿਉਂ, ਉਹਦੀ ਮਾਂ ਨਿਆਈਆਂ ਵਾਲੇ ਖੂਹ ਵਿੱਚ ਵੀ ਡੁੱਬ ਕੇ ਮਰ ਸਕਦੀ ਸੀ, ਜਿੱਥੇ ਪਿੰਡ ਦੀ ਇੱਕ ਮਾਈ ਗਾਬੋ ਡੁੱਬ ਕੇ ਮੋਈ ਸੀ, ਜਾਂ ਕਿਸੇ ਵੀ ਹੋਰ ਖੂਹ ਵਿੱਚ। ਹਰੀਕੇ ਹੀ ਕਿਉਂ? ਤੇ ਉਸ ਕੁੱਟ ਕੇ ਅੱਖਾਂ ਮੀਚੀਆਂ। ਉਸਨੇ ਕਿੰਨਾ ਪਾਪ ਕੀਤਾ ਸੀ। ਉਸ ਨੇ ਆਪਣੀ ਮਾਂ ਦੇ ਮਰਨ ਬਾਰੇ ਕਿਉਂ ਸੋਚਿਆ ਸੀ? ਉਸ ਨੂੰ ਤਾਂ ਇੱਦਾਂ ਬਿਲਕੁਲ ਨਹੀਂ ਸੀ ਸੋਚਣਾ ਚਾਹੀਦਾ। ਪਿਆਰੇ ਵਿਦਿਆਰਥੀਓ, ਕਿ ਕਿਵੇਂ ਅਮਰੀਕ ਇਹ ਸਾਰੀਆਂ ਭੋਲੀਆਂ ਭਾਲੀਆਂ ਗੱਲਾਂ ਸੋਚਦਾ ਹੋਇਆ ਰੋਣ ਲੱਗ ਪਿਆ ਕਿ ਜਦ ਉਸਨੇ ਇਹ ਸੋਚਿਆ ਕਿ ਉਸ ਦੀ ਮਾਂ ਇੰਨੀ ਦੂਰ ਹੀ ਡੁੱਬਣ ਕਿਉਂ ਜਾ ਰਹੀ ਹੈ। ਉਹ ਲਾਗੇ ਛਾਗੇ ਕਿਸੇ ਪਿੰਡ ਦੇ ਖੂਹ ਵਿੱਚ ਵੀ ਡੁੱਬ ਕੇ ਮਰ ਸਕਦੀ ਸੀ, ਪਰ ਉਸ ਨੂੰ ਇਹ ਗੱਲ ਸੋਚ ਕੇ ਬੜਾ ਦੁੱਖ ਹੋਇਆ ਕਿ ਉਸਨੇ ਆਪਣੀ ਮਾਂ ਦੇ ਮਰਨ ਬਾਰੇ ਕਿਉਂ ਸੋਚਿਆ ਹੈ। ਆਓ ਕਹਾਣੀ ਅੱਗੇ ਸ਼ੁਰੂ ਕਰਦੇ ਹਾਂ। ਤੇ ਉਹ ਆਪਣੇ ਪਿਓ 'ਤੇ ਹੈਰਾਨ ਹੋ ਰਿਹਾ ਸੀ। ਅੱਜ ਵਾਂਗ ਤਾਂ ਉਸਨੇ ਕਦੇ ਵੀ ਨਹੀਂ ਸੀ ਪੀਤੀ। ਉਸ ਤਾਂ ਕਦੇ ਵੀ ਉਸ ਦੀ ਮਾਂ ਨੂੰ ਨਹੀਂ ਸੀ ਕੁੱਟਿਆ। ਤੇ ਫਿਰ ਜਿਵੇਂ ਉਸ ਨੂੰ ਸਮਝ ਪਈ, ਉਹਦੀ ਭੂਆ ਦੀਆਂ ਦੋਹਾਂ ਕੁੜੀਆਂ ਦਾ ਇਕੱਠਾ ਵਿਆਹ ਸੀ ਤੇ ਉਸ ਆਪਣੇ ਇਕੱਲੇ ਭਰਾ ਨੂੰ ਬੰਨ ਠਣ ਕੇ ਆਉਣ ਲਈ ਕਿਹਾ ਸੀ। ਵਾਹੀਆਂ ਵਿੱਚੋਂ ਬਚਦਾ ਹੀ ਕੀ ਸੀ। ਕਰਤਾਰ ਸਿੰਘ ਜਿਸ ਦਿਨ ਦਾ ਖਤ ਆਇਆ ਸੀ, ਖਿਝਿਆ ਰਹਿੰਦਾ ਸੀ। ਪੈਸਿਆਂ ਦਾ ਪ੍ਰਬੰਧ ਕਿੱਥੋਂ ਹੋਵੇ? ਉਹਨਾਂ ਸ਼ਾਹਾਂ ਤੋਂ ਪੁੱਛਿਆ ਸੀ, ਪਰ ਇੰਨਾ ਜ਼ਿਆਦਾ ਵਿਆਜ। ਇੱਕੋ ਭੈਣ ਦਾ ਇੱਕੋ ਭਰਾ ਸੀ। ਭੈਣ ਨੇ ਲਿਖਿਆ ਸੀ ਉਸ ਕਿਹੜਾ ਰੋਜ਼-ਰੋਜ਼ ਕੁੜੀਆਂ ਵਿਆਹੁਣੀਆਂ ਸਨ। ਕਰਤਾਰ ਉਸਦੇ ਪਿਓ ਦੀ ਥਾਂ ਵੀ ਤੇ ਭਰਾ ਦੀ ਵੀ। ਤੇ ਕਰਤਾਰ ਸਿੰਘ ਜਗੀਰ ਕੌਰ ਨੂੰ ਆਪਣੀਆਂ ਟੂਮਾਂ ਦੇਣ ਲਈ ਕਹਿ ਰਿਹਾ ਸੀ। ਟੂਮਾਂ ਕੰਨ ਦੇ ਗਹਿਣੇ ਵਾਲੀਆਂ। ਉਹ ਲੋਡੇ ਵੇਲੇ ਦਾ ਉਸ ਨੂੰ ਸਮਝਾ ਥੱਕਿਆ ਸੀ, ਪਰ ਉਹ ਕਹਿੰਦੀ ਸੀ ਮੇਰੇ ਅੱਗੇ ਹੀ ਕੀ ਰਹਿ ਗਿਆ, ਸਾਰਾ ਗਹਿਣਾ ਘਰੇ ਹੀ ਖਾਧਾ ਗਿਆ, ਹੁਣ ਇਹ ਵੀ।
ਤੇ ਅਮਰੀਕ ਨੂੰ ਸਮਝ ਨਹੀਂ ਸੀ ਆ ਰਹੀ ਕਿ ਮਾਂ ਗਹਿਣੇ ਨਾ ਦੇ ਕੇ ਮਾੜੀ ਕਰ ਰਹੀ ਸੀ ਜਾਂ ਪਿਓ ਗਹਿਣੇ ਮੰਗ ਕੇ ਮਾੜੀ ਕਰ ਰਿਹਾ ਸੀ, ਤੇ ਇਸੇ ਉਧੇੜ-ਬੁਣ ਵਿੱਚ ਉਸਦੀ ਅੱਖ ਲੱਗ ਗਈ ਸੀ। ਪਿਆਰੇ ਵਿਦਿਆਰਥੀਓ, ਕਿ ਕਿਵੇਂ ਕਰਤਾਰ ਇਹ ਗੱਲਾਂ ਕਰਕੇ ਆਪਣੀ ਪਤਨੀ ਨੂੰ ਕੁੱਟਣ ਲੱਗ ਪਿਆ ਸੀ ਕਿ ਅੱਜ ਉਸਦੇ ਕੋਲ ਪੈਸੇ ਨਹੀਂ ਸਨ ਤੇ ਉਸਦੀ ਭੈਣ ਨੇ ਆਪਣੀਆਂ ਕੁੜੀਆਂ ਦੇ ਇਕੱਠੇ ਵਿਆਹ ਰੱਖ ਲਏ ਸਨ ਤੇ ਉਸਨੇ ਉਸ ਵਿਆਹ 'ਤੇ ਜਾਣ ਲਈ ਆਪਣੀ ਪਤਨੀ ਕੋਲ ਉਸਦੇ ਕੰਨਾਂ ਦੇ ਗਹਿਣੇ ਮੰਗੇ ਸਨ, ਤਾਂ ਉਸਦੀ ਪਤਨੀ ਨੇ ਦੇਣ ਤੋਂ ਇਨਕਾਰ ਕਰ ਦਿੱਤਾ ਸੀ, ਜਿਸ ਕਾਰਨ ਉਸਨੇ ਆਪਣੀ ਪਤਨੀ ਜਗੀਰ ਕੌਰ ਨੂੰ ਕੁੱਟਿਆ ਸੀ। ਤੇ ਅਮਰੀਕ ਇਹ ਸਾਰੀਆਂ ਗੱਲਾਂ ਲੇਟਿਆ ਸੋਚ ਰਿਹਾ ਸੀ। ਆਓ ਕਹਾਣੀ ਅੱਗੇ ਸ਼ੁਰੂ ਕਰਦੇ ਹਾਂ। ਭੂਆ ਦੀਆਂ ਕੁੜੀਆਂ ਦੇ ਵਿਆਹ ਨਜਿੱਠੇ ਗਏ ਸਨ। 10 ਵਿੱਚੋਂ 2 ਕਿੱਲੇ ਗਹਿਣੇ ਧਾਰ ਦਿੱਤੇ ਗਏ ਸਨ। ਕਰਤਾਰ ਸਿੰਘ ਦੀ ਸ਼ਰਾਬ ਪੀਣ ਦੀ ਆਦਤ ਵੱਧ ਗਈ ਸੀ। ਪੀਣਾ ਤਾਂ ਜਿਵੇਂ ਉਸਦਾ ਨੇਮ ਬਣ ਗਿਆ ਸੀ। ਉਹ ਸ਼ਰਾਬ ਨਾਲ ਗੁੱਟ ਘਰ ਆਉਂਦਾ, ਫਿਰ ਉਹ ਅਫੀਮ ਵੀ ਖਾਣੀ ਸ਼ੁਰੂ ਕਰ ਦਿੱਤੀ। ਹੌਲੀ ਉਹ ਆਦਤ ਦਾ ਗੁਲਾਮ ਹੁੰਦਾ ਗਿਆ। ਘਰਦਿਆਂ ਤੇ ਰਿਸ਼ਤੇਦਾਰਾਂ ਦੇ ਕਈ ਵਾਰ ਸਮਝਾਉਣ ਤੇ ਉਸ ਕੋਸ਼ਿਸ਼ ਵੀ ਕੀਤੀ ਕਿ ਛੱਡ ਦੇਵੇ, ਪਰ ਅਮਲ ਤਾਂ ਜਿਵੇਂ ਉਹਦੇ ਹੱਡਾਂ ਵਿੱਚ ਰਚ ਗਿਆ ਸੀ। ਅਮਰੀਕ ਦੇ ਵਹਿੰਦਿਆਂ ਕੁਝ ਸਾਲਾਂ ਵਿੱਚ ਹੀ ਉਸਦਾ ਪਿਓ ਨਸ਼ਿਆਂ ਕਰਕੇ ਬੁੱਢਾ ਹੋ ਗਿਆ ਸੀ। ਘਰ ਵਿੱਚ ਹਰ ਵੇਲੇ ਖਿਝ, ਗੁੱਸੇ ਤੇ ਤਣਾਅ ਦਾ ਮਾਹੌਲ ਬਣਿਆ ਰਹਿੰਦਾ। ਇੰਜ ਹੌਲੀ ਕਰਜ਼ਾ ਉਹਨਾਂ ਦੇ ਸਿਰ ਚੜ੍ਹਦਾ ਗਿਆ। ਜਾਗੀਰ ਕੌਰ ਚਾਹੁੰਦਿਆਂ ਵੀ ਦਰਿਆ ਜਾਂ ਖੂਹ ਵਿੱਚ ਡੁੱਬ ਕੇ ਨਹੀਂ ਸੀ ਮਰ ਸਕੀ। ਹੁਣ ਉਹ ਘਰ ਵਿੱਚ ਹੀ ਹਰ ਘੜੀ ਗੋਤੇ ਖਾਂਦੀ, ਡੁੱਬਦੀ, ਮਰਦੀ ਰਹਿੰਦੀ। ਪਿਆਰੇ ਵਿਦਿਆਰਥੀਓ, ਕਿ ਕਿਵੇਂ ਅਮਰੀਕ ਇਹ ਸਭ ਗੱਲਾਂ ਸੋਚਦਾ ਰਿਹਾ ਜਦ ਉਸਦੀ ਭੂਆ ਦੀ ਕੁੜੀਆਂ ਦੇ ਵਿਆਹ ਵੀ ਨਜਿੱਠੇ ਗਏ ਤੇ 10 ਵਿੱਚੋਂ 2 ਕਿੱਲੇ ਗਹਿਣੇ ਧਾਰ ਦਿੱਤੇ ਗਏ ਸੀ। ਤੇ ਪਰ ਉਸਦੇ ਪਿਤਾ ਕਰਤਾਰ ਸਿੰਘ ਦੀ ਨਸ਼ਿਆਂ ਦੀ ਆਦਤ ਫਿਰ ਵੀ ਨਾ ਗਈ। ਸਾਰੇ ਵੱਡੇ ਵਡੇਰੇ ਬਜ਼ੁਰਗ ਘਰ ਦੇ ਸਮਝਾਉਂਦੇ, ਪਰ ਉਹ ਫਿਰ ਵੀ ਨਾ ਸਮਝਦਾ ਤੇ ਘਰ ਦਾ ਮਾਹੌਲ ਵਿਗੜਦਾ ਜਾ ਰਿਹਾ ਸੀ। ਤੇ ਉਸਦੀ ਮਾਂ ਕਿਵੇਂ ਹੀ ਘਰ ਦੀਆਂ ਦੁੱਖ ਤਕਲੀਫਾਂ ਵਿੱਚ ਹੀ ਗੋਤੇ ਖਾਂਦੀ, ਡੁੱਬਦੀ, ਮਰਦੀ ਰਹਿੰਦੀ ਸੀ। ਆਓ ਕਹਾਣੀ ਦਾ ਅਗਲਾ ਪਹਿਰਾ ਸ਼ੁਰੂ ਕਰਦੇ ਹਾਂ। ਕਰਤਾਰ ਸਿੰਘ ਦਾ ਪਿੰਡ ਵਿੱਚ ਪਹਿਲਾਂ ਵਾਲਾ ਮਾਣ ਤੇ ਇੱਜ਼ਤ ਨਹੀਂ ਸੀ ਰਹਿ ਗਿਆ। ਹੌਲੀ ਅਤ ਚੰਗਾ ਲੱਗਣ ਵਾਲਾ ਪਿਓ ਅਮਰੀਕ ਦੀਆਂ ਨਜ਼ਰਾਂ 'ਚੋਂ ਡਿੱਗ ਪਿਆ ਸੀ ਤੇ ਉਹ ਆਪਸ ਵਿੱਚ ਤਣੇ ਰਹਿੰਦੇ ਸਨ। ਰਤਾ ਕੋ ਰਗੜ ਲੱਗਣ ਤੇ ਉਹਨਾਂ ਵਿਚਲਾ ਬਾਰੂਦ ਜਿਵੇਂ ਫਟ ਜਾਣ ਲਈ ਕਾਹਲਾ ਰਹਿੰਦਾ, ਤੇ ਇਹ ਬਾਰੂਦ ਉਸ ਦਿਨ ਫਟ ਹੀ ਪਿਆ ਸੀ ਜਦੋਂ ਵੱਡੀ ਕੁੜੀ ਬੰਸੋ ਦਾ ਸਾਕ ਅਗਲਿਆਂ ਇਸ ਲਈ ਛੱਡ ਦਿੱਤਾ ਸੀ ਕਿ ਕੁੜੀ ਦਾ ਪਿਓ ਅਮਲੀ ਹੈ, ਉਹਨਾਂ ਘਰ ਦਾ ਭੰਗ ਪੁੱਜਦੀ ਹੈ। ਅਮਰੀਕ ਇਸ ਗੱਲੋਂ ਖਿਝ ਕੇ ਝਗੜਿਆ ਸੀ ਤਾਂ ਕਰਤਾਰ ਸਿੰਘ ਨੇ ਅੱਗੋਂ ਜਵਾਬ ਦਿੱਤਾ, ਮੈਂ ਆਪਦੇ ਪਿਓ ਦੀ ਜਾਇਦਾਦ ਖਾਨਾ ਓਏ, ਮੈਂ ਨਹੀਂ ਕਿਸੇ ਕੰਜਰ ਦੇ ਆਖਿਆ ਹਟਣਾ। ਤੂੰ ਮੈਨੂੰ ਕੀ ਦਿੰਦਾ ਏ? ਕਦੀ ਟਕਾ ਵੀ ਮੇਰੇ ਹੱਥ ਤੇ ਧਰਿਆ ਈ? ਬਣਿਆ ਫਿਰਦਾ ਵੱਡਾ ਦਨਾਮ। ਤੇ ਅਮਰੀਕ ਚੁੱਪ ਕਰ ਗਿਆ ਸੀ। ਭਾਵੇਂ ਉਹ ਆਪਣੀ ਅੱਧੀ ਤਨਖਾਹ ਕਰ ਦਿੰਦਾ ਸੀ ਤੇ ਉਹ ਘਰ ਵਿੱਚ ਹੀ ਵਰਤੀਂਦੀ ਸੀ, ਪਰ ਕਰਤਾਰ ਸਿੰਘ ਨੂੰ ਇਸ ਗੱਲ ਦਾ ਵੀ ਇਤਰਾਜ਼ ਸੀ ਕਿ ਉਹ ਤਨਖਾਹ ਆਪਣੀ ਮਾਂ ਦੇ ਹੱਥ ਤੇ ਹੀ ਧਰਦਾ, ਉਸ ਨੂੰ ਕਿਉਂ ਨਹੀਂ ਦਿੰਦਾ। ਇਸ ਲਈ ਉਸ ਦੇ ਉੱਤੇ ਇਸ ਦਾ ਕੋਈ ਅਹਿਸਾਨ ਨਹੀਂ। ਵੇ ਪੁੱਤਾ, ਤੇਰੀ ਆਈ ਮੈਂ ਮਰ ਜਾਨੀ। ਵੇ ਮੈਨੂੰ ਰੋਲਣ ਨੂੰ ਛੱਡ ਕੇ ਤੁਰ ਗਿਓ ਏ। ਇਹ ਛਿੰਦਿਆ ਪੁੱਤਾ। ਮੰਜੀ ਤੇ ਹੱਡੀਆਂ ਦੀ ਮੁੱਠ ਬਣੀ ਬੁੱਢੜੀ ਦਾਦੀ ਨੇ ਕੀਰਨੇ ਪਾਉਣੇ ਸ਼ੁਰੂ ਕਰ ਦਿੱਤੇ। ਦੂਜੀਆਂ ਮੰਜੀਆਂ ਤੋਂ ਕੁੜੀਆਂ ਨੇ ਸਿਸਕਣਾ ਸ਼ੁਰੂ ਕਰ ਦਿੱਤਾ। ਪਿਆਰੇ ਵਿਦਿਆਰਥੀਓ, ਕਿ ਕਿਵੇਂ ਕਰਤਾਰ ਸਿੰਘ ਦਾ ਹੁਣ ਪਿੰਡ ਵਿੱਚ ਪਹਿਲਾਂ ਵਾਲਾ ਇੱਜ਼ਤ ਮਾਣ ਨਹੀਂ ਸੀ ਰਿਹਾ, ਕਿਉਂਕਿ ਉਹ ਨਸ਼ਿਆਂ ਦਾ ਇੰਨਾ ਆਦੀ ਹੋ ਗਿਆ ਸੀ। ਤੇ ਹੌਲੀ ਉਸਦੀ ਆਪਣੇ ਪੁੱਤਰ ਅਮਰੀਕ ਨਾਲ ਵੀ ਅਣਬਣ ਹੋਣ ਲੱਗੀ, ਕਿਉਂਕਿ ਅਮਰੀਕ ਜਦ ਵੀ ਉਸਨੂੰ ਇਹ ਬੁਰੇ ਕੰਮਾਂ ਤੋਂ ਰੋਕਦਾ ਤਾਂ ਉਹ ਆਪਣੇ ਪੁੱਤਰ ਨਾਲ ਲੜਨਾ ਝਗੜਨਾ ਸ਼ੁਰੂ ਕਰ ਦਿੰਦਾ। ਤੇ ਸਭ ਤੋਂ ਜ਼ਿਆਦਾ ਅਮਰੀਕ ਨੂੰ ਇਸ ਗੱਲ ਦਾ ਗੁੱਸਾ ਸੀ ਕਿ ਉਸਦੀ ਭੈਣ ਦਾ ਸਾਕ ਉਸਦੇ ਸਹੁਰੇ ਨੇ ਇਸ ਕਰਕੇ ਛੱਡ ਦਿੱਤਾ ਸੀ ਕਿ ਉਹਨਾਂ ਦਾ ਪਿਓ ਨਸ਼ਿਆਂ ਦਾ ਵੈਲੀ ਸੀ। ਆਓ ਅੱਗੇ ਕਹਾਣੀ ਸ਼ੁਰੂ ਕਰਦੇ ਹਾਂ। ਹੈ ਕਮਲੀਆਂ, ਤੁਸੀਂ ਕਿਉਂ ਰੋਂਦੀਆਂ ਜੇ? ਤੁਹਾਡੇ ਵੀਰ ਜਿਉਂਦੇ ਰਹਿਣ। ਤੁਹਾਨੂੰ ਕਿਸ ਗੱਲ ਦਾ ਘਾਟਾ? ਜਗੀਰ ਕੌਰ ਨੇ ਰੋਂਦੀਆਂ ਕੁੜੀਆਂ ਨੂੰ ਬੁੱਕਲ ਵਿੱਚ ਲੈ ਕੇ ਕਿਹਾ।
ਇਹਨਾਂ ਦੀ ਸੁੱਖ ਮੰਗੋ, ਤੁਹਾਨੂੰ ਦੋ ਨੂੰ ਤੇ ਉਹ ਵਿਆਹ ਗਿਆ। ਆ ਜਿਹੜੀ ਨਿੱਕੀ ਅਜੇ ਰਹਿੰਦੀ ਹੈ ਤੇ ਆ ਫੋਹ ਭਰਾ ਮੁੰਡਾ ਜਿਹਦੇ ਵਰਗਿਆਂ ਨੂੰ ਅਜੇ ਪਤਾ ਨਹੀਂ ਸੌਂ ਕੇ ਦਿਨ ਕਦੋਂ ਚੜ੍ਹਦੇ, ਵਿਚਾਰਾ ਉਦਣ ਦਾ ਹਲਾ ਮਗਰ ਖੁੱਚਾਂ ਤੜਾਉਂਦਾ ਤੇ ਉਹਨਾਂ ਨੂੰ ਹੌਸਲਾ ਦਿੰਦੀ ਉਹ ਆਪ ਵੀ ਫਿੱਸ ਪਈ ਕਿ ਕਿਵੇਂ ਜਗੀਰ ਕੌਰ ਤੇ ਉਸ ਦੀਆਂ ਧੀਆਂ ਰੋਣ ਲੱਗ ਪਈਆਂ ਜਦ ਆਪਣੇ ਪਿਤਾ ਦੀ ਮੌਤ ਦੀ ਗੱਲ ਸੁਣ ਕੇ। ਅੱਗੋਂ ਜਗੀਰ ਕੌਰ ਨੇ ਆਪਣੀਆਂ ਕੁੜੀਆਂ ਨੂੰ ਇਹ ਸਮਝਾਉਂਦਿਆਂ ਕਿਹਾ ਕਿ ਉਹਨਾਂ ਦੇ ਪੁੱਤਰ ਜਿਉਂਦੇ ਰਹਿਣ, ਭਰਾ ਜਿਉਂਦੇ ਰਹਿਣ। ਆਓ ਕਹਾਣੀ ਅੱਗੇ ਸ਼ੁਰੂ ਕਰਦੇ ਹਾਂ। ਨੀ ਬੀਬੀ, ਸਾਨੂੰ ਆਇਆਂ ਨੂੰ ਸਿਰ 'ਤੇ ਪਿਆਰ ਦੇ ਕੇ ਕੌਣ ਗੱਲ ਆਇਆ ਕਰੂ, ਹਾਏ ਸਾਡੀਆਂ ਰੀਝਾਂ ਕੌਣ ਪੂਰੀਆਂ ਕਰੂ। ਵੱਡੀ ਕੁੜੀ ਦੀ ਲੇਰ ਨਿਕਲ ਗਈ। ਕਿਵੇਂ ਧੀਆਂ ਆਪਣੀ ਮਾਂ ਦੇ ਨਾਲ ਗੱਲਾਂ ਕਰਨ ਲੱਗ ਪਈਆਂ। ਅਮਰੀਕ ਗੁੰਮਸੁੰਮ ਹੋਇਆ ਬੈਠਾ ਰਿਹਾ। ਉਹਦਾ ਜੀਅ ਕੀਤਾ ਉਹਨਾਂ ਨੂੰ ਚੁੱਪ ਕਰਾਵੇ, ਪਰ ਉਹ ਮਹਿਸੂਸ ਕੀਤਾ ਜੇ ਉਹ ਬੋਲਿਆ ਤਾਂ ਉਸਦਾ ਰੋਣ ਨਿਕਲ ਜਾਵੇਗਾ। ਇਹ ਕੀ ਵਕਤ ਪਾ ਗਿਆ ਸੀ। ਉਸ ਦਾ ਪਿਓ ਇਮਾਰਤ ਹੇਠੋਂ ਜਿਵੇਂ ਵੱਡਾ ਥੰਮ ਖਿਸਕ ਗਿਆ ਹੋਵੇ ਤੇ ਸਾਰੀ ਇਮਾਰਤ ਡੋਲ ਰਹੀ ਹੋਵੇ। ਉਹ ਨਿਤਾਣਾ ਜਿਹਾ ਹੋ ਕੇ ਫਿਰ ਲੇਟ ਗਿਆ। ਧਿਆਨ ਪਾਸੇ ਪਾ ਕੇ ਉਹ ਘੜੀ ਦੁੱਖ ਤੋਂ ਮੂੰਹ ਮੋੜਨਾ ਚਾਹੁੰਦਾ ਸੀ ਕਿ ਕਿਵੇਂ ਅਮਰੀਕ ਨੇ ਆਪਣੀਆਂ ਭੈਣਾਂ ਨੂੰ ਤੇ ਮਾਂ ਨੂੰ ਜਦ ਰੋਂਦੇ ਦੇਖਿਆ ਤਾਂ ਉਸਦਾ ਮਨ ਕੀਤਾ ਕਿ ਉਹ ਉੱਠ ਕੇ ਉਹਨਾਂ ਨੂੰ ਹੌਸਲਾ ਦੇਵੇ, ਪਰ ਉਸਨੇ ਸੋਚਿਆ ਕਿ ਜੇਕਰ ਉਹ ਇਸ ਤਰ੍ਹਾਂ ਕਰੇਗਾ ਤਾਂ ਉਸਦਾ ਵੀ ਰੋਣ ਨਿਕਲ ਜਾਵੇਗਾ ਤੇ ਉਹ ਇਹ ਸੋਚਣ ਲੱਗ ਪਿਆ ਕਿ ਕਿਵੇਂ ਉਸਦਾ ਪਿਓ ਏਡੀ ਵੱਡੀ ਜ਼ਿੰਮੇਵਾਰੀ ਵਿੱਚ ਉਸ ਨੂੰ ਧਕੇਲ ਗਿਆ ਹੈ। ਆਓ ਕਹਾਣੀ ਅੱਗੇ ਸ਼ੁਰੂ ਕਰਦੇ ਹਾਂ। ਪਰਿਵਾਰ ਦੇ ਸਾਰੇ ਜੀਅ ਵਾਰ-ਵਾਰ ਉਸ ਦੀਆਂ ਨਜ਼ਰਾਂ ਅੱਗੋਂ ਗੁਜ਼ਰਨ ਲੱਗੇ, ਜਿਨ੍ਹਾਂ ਦੀ ਜ਼ਿੰਮੇਵਾਰੀ ਉਸ ਦੇ ਸਿਰ ਆ ਪਈ ਸੀ। ਭੈਣਾਂ ਨਾਲ, ਭਰਾ ਦੇ ਨਾਲ-ਨਾਲ ਪਿਓ ਦੀ ਥਾਂ ਵੀ ਵਰਤਣਾ ਸੀ। ਛੋਟੀ ਨੂੰ ਜੋ ਅਜੇ ਪੜ੍ਹਦੀ ਸੀ, ਪੜ੍ਹਾਉਣਾ ਸੀ, ਵਿਆਹੁਣਾ ਸੀ। ਮਾਂ ਦੇ ਹਰ ਦੁੱਖ ਸੁੱਖ ਦਾ ਖਿਆਲ ਰੱਖਣਾ ਸੀ ਤੇ ਇਹ ਖਿਆਲ ਰੱਖਦਿਆਂ ਹੋਇਆਂ ਵੀ ਉਸਨੇ ਬੜੀ ਇਹਤਿਆਤ ਤੋਂ ਕੰਮ ਲੈਣਾ ਸੀ। ਭੈਣਾਂ ਦੇ ਕਿਸੇ ਕਾਰਜ 'ਤੇ ਨਾ ਗਿਆ। ਛੋਟਿਆਂ ਨਾਲ ਕੋਈ ਵੱਧ ਘੱਟ ਹੋ ਗਈ, ਉਹਨਾਂ ਵੀ ਅਤੇ ਲੋਕਾਂ ਵੀ ਆਖਣਾ ਸੀ ਵੱਡਾ ਭਰਾ ਹੀ ਇਹ ਨਾ, ਕਿਤੇ ਪਿਓ ਜਿਉਂਦਾ ਹੁੰਦਾ ਤਾਂ ਇਸ ਤਰ੍ਹਾਂ ਤਾਂ ਨਹੀਂ ਸੀ ਨਾ ਹੁੰਦੀ। ਮਾਂ ਨੂੰ ਵੀ ਮਹਿਸੂਸ ਨਹੀਂ ਸੀ ਹੋਣ ਦੇਣਾ, ਨਹੀਂ ਤਾਂ ਉਸ ਨੂੰ ਜਨਾਨੀਆਂ ਦੇ ਕੀਤੀਆਂ ਗੱਲਾਂ ਵਾਰ-ਵਾਰ ਯਾਦ ਆਉਣੀਆਂ ਸਨ। ਭੈਣੇ, ਤੇਰਾ ਤਾਂ ਰਾਜ ਖੁੱਸ ਗਿਆ। ਮਰਜ਼ੀ ਨਾਲ ਅੰਦਰੋਂ ਕੱਢਦੀ ਸੈਂ, ਵਰਤਦੀ ਸੈਂ। ਹੁਣ ਸੁੱਖ ਨਾਲ ਭਾਵੇਂ ਸੁਲੱਗ ਨੇ, ਪਰ ਹਰ ਗੱਲੋਂ ਮੁੰਡਿਆਂ ਦੇ ਹੱਥਾਂ ਵੱਲ ਵੇਖੇਂਗੀ। ਸਿਰ ਤੇ ਸਾਈਂ ਨਾਲ ਤੇਰੀ ਤਾਂ ਸਰਦਾਰੀ ਤੁਰ ਗਈ। ਪਿਆਰੇ ਵਿਦਿਆਰਥੀਓ, ਕਿਵੇਂ ਅਮਰੀਕ ਪਰਿਵਾਰ ਦੇ ਹਰ ਮੈਂਬਰ ਬਾਰੇ ਸੋਚਣ ਲੱਗ ਗਿਆ ਕਿ ਉਸ ਨੂੰ ਕਿਵੇਂ ਹੁਣ ਪਿਓ ਦੀ ਥਾਂ ਤੇ ਹਰ ਇੱਕ ਨਾਲ ਕਿਸ ਤਰ੍ਹਾਂ ਵਰਤਣਾ ਹੈ, ਆਪਣੀਆਂ ਭੈਣਾਂ ਨਾਲ ਤੇ ਆਪਣੀ ਮਾਂ ਦੇ ਨਾਲ ਕਿਸ ਤਰ੍ਹਾਂ ਵਰਤਣਾ ਹੈ ਤੇ ਕਿਵੇਂ ਘਰ ਦੀ ਪੂਰੀ ਜ਼ਿੰਮੇਵਾਰੀ ਨਿਭਾਉਣੀ ਹੈ। ਪਿਆਰੇ ਵਿਦਿਆਰਥੀਓ, ਅੱਜ ਅਸੀਂ ਇਸ ਕਹਾਣੀ ਦਾ ਪੰਨਾ ਨੰਬਰ 27 ਤੇ 28 ਪੜ੍ਹਿਆ ਹੈ। ਅਗਲੇ ਭਾਗ ਵਿੱਚ ਅਸੀਂ ਕਹਾਣੀ ਨੂੰ ਸਮਾਪਤ ਕਰਾਂਗੇ ਤੇ ਹੁਣ ਅਸੀਂ ਇਸ ਨਾਲ ਸੰਬੰਧਿਤ ਤੁਹਾਨੂੰ ਕੁਝ ਪ੍ਰਸ਼ਨ ਦੱਸ ਦਈਏ, ਜਿਨ੍ਹਾਂ ਨੂੰ ਤੁਸੀਂ ਆਪਣੀ ਕਾਪੀ ਤੇ ਲਿਖਣਾ ਹੈ। ਪ੍ਰਸ਼ਨ ਨੰਬਰ 1, ਭੂਆ ਨੇ ਦੋਨਾਂ ਕੁੜੀਆਂ ਦਾ ਇਕੱਠੇ ਕੀ ਰੱਖ ਲਿਆ। ਪ੍ਰਸ਼ਨ ਨੰਬਰ 2, ਕਰਤਾਰ ਸਿੰਘ ਨੇ ਜਗੀਰ ਕੌਰ ਨੂੰ ਕੀ ਦੇਣ ਲਈ ਕਿਹਾ। ਪ੍ਰਸ਼ਨ ਨੰਬਰ 3, ਅਮਰੀਕ ਦੀ ਮਾਂ ਕਿਹੜੇ ਦਰਿਆ ਵਿੱਚ ਡੁੱਬ ਕੇ ਮਰ ਜਾਣਾ ਚਾਹੁੰਦੀ ਸੀ। ਪ੍ਰਸ਼ਨ ਨੰਬਰ 4, ਅਮਰੀਕ ਕਿੰਨੀ ਤਨਖਾਹ ਘਰ ਵਿੱਚ ਦਿੰਦਾ ਸੀ। ਪ੍ਰਸ਼ਨ ਨੰਬਰ 5, ਜਗੀਰ ਕੌਰ ਨੇ ਕੁੜੀਆਂ ਨੂੰ ਕਿਸ ਵਿੱਚ ਲੈ ਲਿਆ। ਉਸ ਤੋਂ ਬਾਅਦ ਸਹੀ ਅੱਗੇ ਸਹੀ ਦਾ ਤੇ ਗਲਤ ਅੱਗੇ ਗਲਤ ਦਾ ਨਿਸ਼ਾਨ ਲਗਾਉਣਾ ਹੈ। ਘਰ ਦੀ ਸਾਰੀ ਜ਼ਿੰਮੇਵਾਰੀ ਅਮਰੀਕ ਦੇ ਸਿਰ ਤੇ ਆ ਗਈ। ਇਹ ਵਾਕ ਸਹੀ ਹੈ ਜਾਂ ਗਲਤ। ਉਸ ਤੋਂ ਬਾਅਦ ਅਮਰੀਕ ਘਰ ਪੂਰੀ ਤਨਖਾਹ ਦਿੰਦਾ ਸੀ, ਸਹੀ ਹੈ ਕਿ ਗਲਤ। ਅਖੀਰ ਵਿੱਚ ਵਾਕ ਬਣਾਓ, ਤਨਖਾਹ, ਅਹਿਸਾਨ। ਧੰਨਵਾਦ। ਤੰਦਰੁਸਤ ਰਹੋ, ਸੁਰੱਖਿਅਤ ਰਹੋ।